ਲੜੀਵਾਰ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ। ਸੂਹੀ ਕੀ ਵਾਰ ਜੋ ਤੀਸਰੇ ਗੁਰਦੇਵ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਵਿਚਾਰੀਏ। 788 ਅੰਗ ਤੇ ਇਹ ਕਥਾ ਪਹੁੰਚੀ ਹੈ। 8 ਸ਼ਲੋਕ ਤੇ 8 ਪੌੜੀਆਂ ਪਿੱਛੇ ਸਮਾਪਤ ਹੋਈਆਂ ਹਨ। 9ਵਾਂ ਸ਼ਲੋਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਨੇ। ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਕਾਮਣ ਤੂੰ ਪਹਿਲਾਂ ਸ਼ਿੰਗਾਰ ਵਿੱਚ ਲੱਗ ਗਈ ਹੈ। ਸ਼ਿੰਗਾਰ ਕਰਨ ਤੋਂ ਪਹਿਲਾਂ ਜੇ ਤੂੰ ਆਪਣੇ ਕੰਤ ਨੂੰ ਮਨਾਵੇਂ ਤਾਂ ਗੱਲ ਬਣੇ। ਆਪਣੇ ਪਤੀ ਨੂੰ ਪਰਮੇਸ਼ਰ ਨੂੰ ਪਹਿਲਾਂ ਮਨਾਵੇਂ, ਉਹ ਤੇਰੇ ਤੇ ਰੀਝੇ, ਤੇਰੇ ਤੇ ਪ੍ਰਸੰਨ ਹੋਵੇ ਤਾਂ ਹੀ ਤੇਰਾ ਸ਼ਿੰਗਾਰ ਵੇਖੇਗਾ ਨਾ। ਜੇ ਉਹ ਤੇਰੇ ਤੇ ਪ੍ਰਸੰਨ ਨਹੀਂ, ਤੂੰ ਜਿੰਨੇ ਮਰਜ਼ੀ ਸ਼ਿੰਗਾਰ ਕਰੀ ਚੱਲ, ਤੇਰੇ ਸ਼ਿੰਗਾਰ ਕਿਹੜੇ ਕੰਮ ਦੇ। ਤੂੰ ਹੋਰ ਕਰਮ ਕਾਂਡ ਕਰ ਰਹੀ ਹੈ, ਕਈ ਤਰ੍ਹਾਂ ਦੇ ਕਰਮਾਂ ਵਿੱਚ ਪ੍ਰਵਿਰਤ ਹੋ ਰਹੀ ਹੈ। ਆ ਵੀ ਕਰਮ ਚੰਗਾ, ਆ ਵੀ ਕਰ ਲੋ, ਆ ਵੀ ਕਰ ਲੋ। ਇਹ ਸਾਰੇ ਸ਼ਿੰਗਾਰ ਹੀ ਨੇ ਨਾ। ਇਹ ਕਾਮਣ ਤੂੰ ਜਿਹੜਾ ਸ਼ਿੰਗਾਰ ਕਰ ਰਹੀ ਹੈ, ਇਹਨੂੰ ਕਰਨ ਤੋਂ ਪਹਿਲਾਂ ਆਪਣੇ ਉਸ ਕੰਤ ਨੂੰ ਮਨਾ, ਯਾਨੀ ਕਿ ਉਹਨੂੰ ਆਰਾਧ, ਉਹਨੂੰ ਜਪ, ਪਹਿਲਾਂ ਉਹਨੂੰ ਧਿਆ, ਉਹਨੂੰ ਮਨਾ ਕਿ ਉਹ ਤੇਰੇ ਹਿਰਦੇ ਵਿੱਚ ਸਾਖਸ਼ਾਤਕਾਰ ਹੋ ਜਾਵੇ। ਮਤ ਸੇਜੈ ਕੰਤ ਨ ਆਵਈ ਐਵੇਂ ਬਿਰਥਾ ਜਾਏ। ਕਿਤੇ ਐਸਾ ਨਾ ਹੋਵੇ ਕਿ ਤੂੰ ਸ਼ਿੰਗਾਰ ਕਰਦੀ ਰਹਿ ਜਾਏ ਤੇ ਉਹ ਰੱਬ ਤੇਰੇ ਅੰਤਿਸ਼ ਕਰਨ ਦੀ ਸੇਜਾ ਤੇ ਆਵੇ ਹੀ ਨਾ, ਤੇ ਫਿਰ ਤੇਰਾ ਕੀਤਾ ਹੋਇਆ ਸਾਰਾ ਸ਼ਿੰਗਾਰ ਏਦਾਂ ਹੀ ਵਿਅਰਥ ਜਾਣਾ। ਉਹ ਕਿਹੜੇ ਕੰਮ ਦਾ। ਇਸਤਰੀ ਦਾ ਸ਼ਿੰਗਾਰ ਤਾਂ ਤਦੇ ਸਫਲ ਹੈ ਨਾ ਜੇ ਉਹਦਾ ਪਤੀ ਰੀਝ ਕੇ ਉਹਦੇ ਵੱਲ ਵੇਖੇ, ਉਹਦਾ ਸ਼ਿੰਗਾਰ ਪ੍ਰਵਾਨ। ਤੂੰ ਜਿੰਨੇ ਕਰਮ ਕੀਤੇ ਨਾਲ ਜੇ ਪਰਮੇਸ਼ਰ ਨੂੰ ਮਨਾਇਆ ਨਹੀਂ, ਉਹਨੂੰ ਆਰਾਧਿਆ ਨਹੀਂ, ਸ਼ਿੰਗਾਰ ਕਰਦਿਆਂ ਜ਼ਿੰਦਗੀ ਬਤੀਤ ਕਰ ਦਿੱਤੀ, ਉਹ ਆਇਆ ਹੀ ਨਹੀਂ ਤੇਰੀ ਅੰਤਿਸ਼ ਕਰਨ ਦੀ ਸੇਜਾ ਤੇ, ਤਾਂ ਫਿਰ ਤੇਰੇ ਸ਼ਿੰਗਾਰ ਕਿਸ ਕੰਮ ਦੇ। ਫਿਰ ਤਾਂ ਐਵੇਂ ਹੀ ਗਏ ਨਾ ਵਿਅਰਥ। ਫਿਰ ਤਾਂ ਸਮਾਂ ਬਰਬਾਦ ਕੀਤਾ ਤੈਂ, ਆਪਣਾ ਜ਼ਿੰਦਗੀ ਨਿਸ਼ਫਲ ਕੀਤੀ ਹੈ। ਜੇ ਉਹ ਆਇਆ ਨਹੀਂ ਤੇਰੇ ਅੰਤਿਸ਼ ਕਰਨ ਦੀ ਸੇਜਾ ਦੇ ਉੱਤੇ, ਪ੍ਰਗਟ ਹੀ ਨਹੀਂ ਹੋਇਆ, ਤਾਂ ਤੇਰੇ ਕੀਤੇ ਹੋਏ ਜਿੰਨੇ ਸ਼ਿੰਗਾਰ ਨੇ ਇਹ ਸਾਰੇ ਵਿਅਰਥ ਜਾਣਗੇ। ਕਾਮਣ ਫਿਰ ਮਾਨੇ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ। ਇਹ ਕਾਮਣ ਜੀਵ ਰੂਪੀ ਇਸਤਰੀਏ, ਜੇ ਤੇਰਾ ਮਨ ਪਹਿਲਾਂ ਆਪਣੇ ਉਸ ਪਿਰ ਨਾਲ ਮੰਨ ਜਾਏ, ਜੇ ਤੇਰਾ ਮਨ ਉਹਦੇ ਨਾਲ ਮੰਨਦਾ, ਜੇ ਉਹਦੇ ਨਾਲ ਮਨ ਹੀ ਨਹੀਂ ਤੇਰਾ ਮੰਨਦਾ, ਤੇ ਤੇਰੇ ਸ਼ਿੰਗਾਰ ਕੀਤੇ ਕਿਹੜੇ ਕੰਮ ਦੇ। ਤੇਰੇ ਕੀਤੇ ਕਰਮ ਕਾਂਡ ਕਿਸ ਕੰਮ ਦੇ। ਇਸ ਕਰਕੇ ਤੂੰ ਪਹਿਲਾਂ ਆਪਣਾ ਮਨ ਉਸ ਵਾਹਿਗੁਰੂ ਨਾਲ ਮਨਾ, ਤੇਰਾ ਮਨ ਮੰਨ ਜਾਏ ਤੇ ਫਿਰ ਤੂੰ ਸ਼ਿੰਗਾਰ ਕਰ, ਤੇ ਫਿਰ ਤੇਰਾ ਕੀਤਾ ਸ਼ਿੰਗਾਰ ਤਾਂ ਸਫਲ ਹੋਣਾ। ਫਿਰ ਕਰਮ ਕਰ। ਹਾਂਜੀ। ਕੀਆ ਤੂੰ ਪ੍ਰਵਾਨ ਹੈ ਜਾਂ ਸੋ ਧਰੇ ਪਿਆਰ। ਤੇਰਾ ਕੀਤਾ ਹੋਇਆ ਸ਼ਿੰਗਾਰ ਤਦੇ ਸਫਲ ਹੈ ਨਾ ਜੇ ਉਹ ਪਤੀ ਪਰਮੇਸ਼ਰ ਤੇਰੇ ਨਾਲ ਪਿਆਰ ਕਰੇ, ਉਹ ਪਰਮੇਸ਼ਰ ਪ੍ਰੇਮ ਕਰੇ। ਭੋ ਸ਼ਿੰਗਾਰ ਤੰਬੋਲ ਰਸ ਭੋਜਨ ਭਾਉ ਕਰੇ। ਕਹਿੰਦੇ ਪਰਮੇਸ਼ਰ ਦੇ ਡਰ ਦਾ ਭਾਉ ਦਾ ਸ਼ਿੰਗਾਰ ਰੱਖੋ, ਉਹਦਾ ਭਾਉ ਰੱਖਣਾ, ਉਹਦਾ ਡਰ ਰੱਖਣਾ ਹਿਰਦੇ 'ਚ, ਇਹ ਸ਼ਿੰਗਾਰ ਹੋ ਗਿਆ। ਫਿਰ ਤੰਬੋਲ ਰਸ
ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ, ਇਹ ਪਾਨਾਂ ਦਾ ਬੀੜਾ ਖਾਧਾ। ਭੋਜਨ ਭਾਉ ਕਰੇ, ਉਹਦੇ ਗਿਆਨ ਦਾ ਭੋਜਨ ਕਰ। ਤਨ ਮਨ ਸੌਂਪੇ ਕੰਤ ਕੋ, ਤੋ ਨਾਨਕ ਭੋਗ ਕਰੇ। ਕਹਿੰਦੇ ਆਪਣਾ ਤਨ ਤੇ ਮਨ ਆਪਣੇ ਉਸ ਕੰਤ ਨੂੰ ਸੌਂਪ ਦੇ। ਪਹਿਲਾ ਸ਼ਿੰਗਾਰ ਕਿਹੜਾ ਬਣਾਉਣਾ ਉੱਪਰ ਦੱਸ ਦਿੱਤਾ। ਭਉ ਦਾ ਡਰ ਦਾ ਸ਼ਿੰਗਾਰ ਕਰ, ਪਰਮੇਸ਼ਰ ਦਾ ਭਉ ਰੱਖ, ਉਹਦੇ ਪ੍ਰੇਮ ਦਾ ਤੰਬੋਲ ਪਾਨਾਂ ਦਾ ਬੀੜਾ ਚੱਬ, ਔਰ ਉਹਦੇ ਗਿਆਨ ਦਾ ਭੋਜਨ ਕਰ। ਇਹ ਸ਼ਿੰਗਾਰ ਬਣਾ ਕੇ ਫਿਰ ਆਪਣਾ ਤਨ ਤੇ ਮਨ ਆਪਣੇ ਪਤੀ ਨੂੰ ਸੌਂਪ ਦੇ, ਕੰਤ ਪਰਮੇਸ਼ਰ ਨੂੰ ਸੌਂਪ ਦੇ, ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਫਿਰ ਉਹ ਤੇਰੇ ਨਾਲ ਭੋਗ ਕਰੇ। ਦਾ ਮਤਲਬ ਤੈਨੂੰ ਆਪਣੇ ਚ ਭੇਦ ਕਰੇਗਾ, ਫਿਰ ਉਹ ਤੈਨੂੰ ਮਿਲੇਗਾ, ਫਿਰ ਉਹ ਤੇਰੇ ਅੰਤਸ਼ਕਰਨ ਦੀ ਸੇਜਾ ਦੇ ਉੱਤੇ ਸਾਖਸ਼ਾਤਕਾਰ ਹੋ ਕੇ ਤੈਨੂੰ ਆਪਣੇ ਦੀਦਾਰ ਤੇ ਦਰਸ਼ਨ ਬਖਸ਼ੇਗਾ। ਮਹੱਲਾ ਤੀਜਾ। ਕਾਜਲ ਫੂਲ ਤੁੰਬੋਲ ਰਸ, ਲੈ ਧਨ ਕੀਆ ਸ਼ਿੰਗਾਰ। ਕਹਿੰਦੇ ਉਦਾਂ ਕੱਜਲ ਪਾਇਆ, ਫੁੱਲਾਂ ਦੇ ਹਾਰ ਕੀਤੇ, ਸ਼ਿੰਗਾਰ ਕੀਤੇ, ਪਾਨਾਂ ਦੇ ਬੀੜੇ ਚੱਬੇ, ਇਹ ਸਾਰੇ ਸ਼ਿੰਗਾਰ ਬਣਾਏ। ਏਦਾਂ ਵੀ ਅਰਥ ਕੀਤਾ ਵੀ ਵਿਖਾਵੇ ਵਾਸਤੇ ਧਿਆਨ ਦਾ ਕੱਜਲ ਲਾਇਆ, ਵੀ ਲੋਕਾਂ ਨੂੰ ਵਿਖਾਇਆ ਵੀ ਮੈਂ ਧਿਆਨ ਲਾਉਣਾ। ਅੱਖਾਂ ਬੰਦ ਕਰਕੇ ਲੋਕਾਂ ਨੂੰ ਵਿਖਾਵੇ ਦੇ ਧਿਆਨ ਦਾ ਕੱਜਲ ਲਾਇਆ, ਲੋਕਾਂ ਨੂੰ ਵਿਖਾਵੇ ਦਾ ਪ੍ਰੇਮ ਪ੍ਰਗਟ ਕੀਤਾ। ਇਹ ਪਾਨਾਂ ਦਾ ਬੀੜਾ ਚੱਬਿਆ, ਤੰਬੋਲ ਰਸ, ਇਹ ਪਾਨਾਂ ਦਾ ਬੀੜਾ ਲਿਆ। ਏਦਾਂ ਦਾ ਸ਼ਿੰਗਾਰ ਜਿਹੜਾ ਲੋਕਾਂ ਨੂੰ ਵਿਖਾਣੇ ਵਾਸਤੇ ਕੀਤਾ ਸੀ। ਆਮ ਕਰਕੇ ਬਹੁਤਿਆਂ ਦੇ ਹਿਰਦਿਆਂ 'ਚ ਵਿਖਾਵੇ ਦੀ ਬਿਰਤੀ ਅਧਿਕ ਹੁੰਦੀ ਹੈ, ਲੋਕ ਵੇਖਣ। ਜੇ ਮੈਂ ਧਿਆਨ ਵਿੱਚ ਵੀ ਬੈਠਾ ਅੱਖਾਂ ਬੰਦ ਕਰਕੇ ਤੇ ਲੋਕ ਵੇਖਣ, ਆਖਣ ਵੇਖੋ ਕਿਵੇਂ ਨੇਤਰ ਬੰਦ ਕਰਕੇ ਬੈਠਾ ਬਾਬਾ, ਸਮਾਧੀ ਵਾਲਾ। ਬਾਬੇ ਦੇ ਅੰਦਰ ਭਾਵੇਂ ਸਮਾਧੀ 'ਚ ਫੁਰਨੇ ਹੋਰ ਚੱਲਦੇ ਹੋਣ, ਤੇ ਫਿਰ ਪ੍ਰੇਮ ਦੇ ਵਿੱਚ ਬੋਲਣਾ। ਵੇਖੋ ਜੀ ਬਾਬਾ ਜੀ ਦੇ ਮੂੰਹ 'ਚੋਂ ਮਿਸ਼ਰੀ ਝਰਦੀ ਹੈ, ਅੰਦਰ ਭਾਵੇਂ ਬਿਖ ਨਾਲ ਜ਼ਹਿਰ ਨਾਲ ਭਰਿਆ ਹੋਵੇ। ਕਹਿੰਦੇ ਏਦਾਂ ਦੇ ਇਹ ਵਿਖਾਵੇ ਦੇ ਜਿਹੜੇ ਸ਼ਿੰਗਾਰ ਕੀਤੇ ਹੋਏ ਨੇ। ਸਿਜੈ ਕੰਤ ਨ ਆਇਓ, ਇਹ ਮੈਂ ਭਿਆ ਵਿਕਾਰ। ਕਹਿੰਦੇ ਫਿਰ ਉਸ ਵਾਹਿਗੁਰੂ ਨੇ ਤੇਰੇ ਅੰਤਸ਼ਕਰਨ ਦੀ ਸੇਜਾ ਤੇ ਨਹੀਂ ਆਉਣਾ। ਇਹ ਜਿਹੜੇ ਵਿਖਾਵੇ ਦੇ ਕੀਤੇ ਹੋਏ ਸ਼ਿੰਗਾਰ ਨੇ, ਇਹ ਸਭ ਬੇਕਾਰ ਜਾਣੇ ਨੇ, ਇਹ ਕਿਸੇ ਕੰਮ ਨਹੀਂ ਆਉਣੇ ਤੇਰੇ। ਮਹੱਲਾ ਤੀਜਾ। ਧਨ ਫਿਰ ਇਹ ਨਾ ਆਖੀਨ, ਬਹਿਨ ਇਕੱਠੇ ਹੋਏ। ਬੜਾ ਵੱਡਾ ਸਿਧਾਂਤ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਪ੍ਰਗਟ ਕਰਕੇ ਦੇ ਰਹੇ ਨੇ। ਇਹਦੇ 'ਚ ਜਿੱਥੇ ਅਧਿਆਤਮਕ ਰੂਪ ਦੇ ਵਿੱਚ ਜੀਵ ਆਤਮਾ ਤੇ ਪਤੀ ਪਰਮਾਤਮਾ ਦੇ ਮੇਲ ਦੀ ਬਾਤ ਹੈ ਨਾ, ਉੱਥੇ ਸਮਾਜਿਕ ਤੌਰ ਤੇ ਗ੍ਰਸਤੀਆਂ ਵਿੱਚ ਜਿਹੜੇ ਵਖਰੇਵੇਂ ਪੈਦਾ ਹੁੰਦੇ ਆ, ਜੋੜਿਆਂ 'ਚ, ਦੰਪਤੀਆਂ 'ਚ, ਮੇਰੇ ਸਾਹਿਬ ਉਹਨਾਂ ਵਖਰੇਵਿਆਂ ਨੂੰ ਦੂਰ ਕਰਨ ਦਾ ਪ੍ਰਕਾਰ ਦੱਸਦੇ। ਅੱਜ ਕੋਰਟਾਂ 'ਚ ਚਲੇ ਜਾਓ, ਥਾਣਿਆਂ 'ਚ ਚਲੇ ਜਾਓ, ਪੁੱਛੋ ਜਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਕੇਸ ਨੇ ਵੀ ਮੀਆਂ ਬੀਬੀ ਦੀ ਆਪਸ ਵਿੱਚ ਨਹੀਂ ਬਣਦੀ। ਸ਼ਾਇਦ ਜੇ ਤਲਾਕਾਂ ਦੀ ਗੱਲ ਕਰੀਏ, ਪਹਿਲਾਂ ਪੱਛਮੀ ਦੇਸ਼ਾਂ ਵਿੱਚ ਵੱਧ ਹੁੰਦੇ ਸਨ, ਸ਼ਾਇਦ ਅੱਜ ਦੇ ਇਸ ਵਰਤਮਾਨ ਦੇ ਸਮੇਂ ਦੌਰਾਨ ਵੇਖੀਏ ਤੇ ਭਾਰਤ ਖੰਡ ਤਲਾਕਾਂ ਦੇ ਨਾਂ ਦੇ ਉੱਤੇ ਰਾਜਧਾਨੀ ਬਣਿਆ ਹੋਵੇਗਾ ਪੂਰੇ ਵਿਸ਼ਵ ਦੀ। ਕਿਉਂਕਿ ਵਿਚਾਰਕ ਮਤਭੇਦ ਬਣ ਗਏ। ਜਦੋਂ ਵਿਚਾਰਕ ਮਤਭੇਦ ਬਣ ਜਾਂਦੇ ਐ, ਉਦੋਂ ਭਾਵੇਂ ਇੱਕ ਛੱਤ ਥੱਲੇ ਇਕੱਠੇ ਹੋ ਕੇ ਰਹਿਣ, ਫਿਰ ਵੀ ਆਪਸੀ ਪ੍ਰੇਮ ਭਾਵ ਨਹੀਂ ਸੁਫਰਤ ਹੁੰਦਾ, ਜਾਗਦਾ। ਪਾਤਸ਼ਾਹ ਕਹਿੰਦੇ ਆ ਧਨ ਤੇ ਫਿਰ, ਇਸਤਰੀ ਤੇ ਪਤੀ ਉਹ ਇਕੱਠੇ ਹੋ ਕੇ ਬੈਠੇ ਹੋਣ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਠੇ ਹੋ ਕੇ ਬੈਠੇ ਐ, ਵੀ ਇਹਨਾਂ ਦਾ ਇਕੱਠ ਹੈ। ਇਕੱਠੇ ਕਦੋਂ ਹੁੰਦੇ ਨੇ? ਮਹਾਰਾਜ ਜੀ ਦੱਸਦੇ ਹਨ,
ਏਕ ਜੋਤ ਦੋਏ ਮੂਰਤੀ ਧਨ ਪੇਰ ਕਹੀਐ ਸੋਏ। ਕਹਿੰਦੇ ਜਦੋਂ ਅੰਦਰ ਜੋਤ ਇੱਕ ਹੋ ਜਾਏ, ਬਸ ਮੂਰਤਾਂ ਹੀ ਦੋ ਦਿਸਦੀਆਂ ਹੋਣ, ਕਹਿੰਦੇ ਉਹਨੂੰ ਧਨ ਤੇ ਫਿਰ ਇਸਤਰੀ ਤੇ ਪਤੀ ਕਿਹਾ ਜਾ ਸਕਦਾ। ਉਹਨੂੰ ਧਨ ਇਸਤਰੀ ਤੇ ਫਿਰ ਪਤੀ ਕਿਹਾ ਜਾ ਸਕਦਾ ਜਦੋਂ ਜੋਤ ਅੰਦਰ ਇੱਕ ਹੋ ਜਾਏ ਔਰ ਕੇਵਲ ਮੂਰਤਾਂ ਹੀ ਦੋ ਦਿਸਦੀਆਂ ਹੋਣ। ਅਧਿਆਤਮਿਕ ਰੂਪ ਵਿੱਚ ਮਹਾਰਾਜ ਜੀ ਕਹਿੰਦੇ ਬਹੁਤ ਨੇ ਜਿਹੜੇ ਆਪਣੇ ਗੁਰੂ ਦੀ ਸ਼ਰਨ ਚ ਆ ਕੇ ਬਹਿੰਦੇ ਆ। ਵੇਖਣ ਵਾਲਾ ਆਖੇ ਵੀ ਗੁਰੂ ਕੋਲ ਬੈਠਾ ਹੈ, ਕਹਿੰਦੇ ਉਹ ਬੈਠੇ ਹੋਏ ਨੂੰ ਤੁਸੀਂ ਇਹ ਨਾ ਸਮਝੋ ਵੀ ਗੁਰੂ ਨੂੰ ਮਿਲਿਆ ਹੋਇਆ, ਕਹਿੰਦੇ ਉਦੋਂ ਮਿਲਿਆ ਹੋਇਆ ਜਾਣਾਂਗੇ ਜਦੋਂ ਇਹਦਾ ਅੰਦਰਲਾ ਮਨ ਗੁਰੂ ਦੇ ਨਾਲ ਇੱਕ ਮਿਕ ਹੋ ਜਾਏ। ਬਸ ਵੇਖਣ ਵਾਸਤੇ ਮੂਰਤਾਂ ਹੀ ਦੋ ਨੇ, ਵੀ ਇੱਕ ਗੁਰੂ ਨਾਨਕ ਸਾਹਿਬ ਬੈਠੇ ਨੇ, ਇੱਕ ਗੁਰੂ ਅੰਗਦ ਸਾਹਿਬ ਬੈਠੇ ਨੇ, ਅੰਦਰੋਂ ਇੱਕ ਮਿਕ ਹੋ ਗਏ ਨੇ। ਵੇਖਣ ਵਾਲਾ ਕਹੇਗਾ ਵੀ ਆਹ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ, ਆਹ ਗੁਰੂ ਅੰਗਦ ਸਾਹਿਬ ਨੇ। ਵੇਖਣ ਮਾਤਰ ਹੀ ਦੋ ਮੂਰਤਾਂ ਰਹਿ ਗਈਆਂ ਸੀ, ਅੰਦਰੋਂ ਇੱਕ ਮਿਕ ਹੋ ਗਏ ਨੇ। ਫਰਕ ਨਹੀਂ। ਇਹਨੂੰ ਕਹਿੰਦੇ ਆ ਮੇਲ, ਇਹਨੂੰ ਕਹਿੰਦੇ ਆ ਮਿਲਾਪ। ਹਾਂਜੀ। ਪੌੜੀ ਭੈ ਬਿਨ ਭਗਤ ਨ ਹੋਵਈ, ਨਾਮ ਨਾ ਲੱਗੈ ਪਿਆਰ। ਸਾਹਿਬ ਜੀ ਕਹਿੰਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿ ਜਦੋਂ ਤੱਕ ਸਤਿਗੁਰਾਂ ਦਾ ਭੈ ਨਹੀਂ ਨਾ ਰੱਖਦੇ, ਉਦੋਂ ਤੱਕ ਮਹਾਰਾਜ ਜੀ ਦੇ ਨਾਮ ਨਾਲ ਪਿਆਰ ਨਹੀਂ ਲੱਗਦਾ। ਭੈ ਬਿਨਾ ਨਾਮ ਨਾਲ ਪਿਆਰ ਨਹੀਂ ਪੈਂਦਾ। ਸਤਿਗੁਰ ਮਿਲਿਆ ਭਉ ਉਪਜੈ, ਭੈ ਭਾਏ ਰੰਗ ਸਵਾਰ। ਸਤਿਗੁਰੂ ਜੀ ਮਿਲਣ ਤਾਂ ਹਿਰਦੇ 'ਚ ਭਉ ਪੈਦਾ ਹੁੰਦਾ ਹੈ, ਤੇ ਇਸੇ ਭੈ ਤੇ ਪ੍ਰੇਮ ਦਾ ਰੰਗ ਜਿਹੜਾ ਉਹਦੇ ਨਾਲ ਆਪਣੇ ਆਪ ਨੂੰ ਸਵਾਰੋ ਤੇ ਸ਼ਿੰਗਾਰੋ। ਤਨ ਮਨ ਰਤਾ ਰੰਗ ਸਿਓ, ਹਉਮੈ ਤ੍ਰਿਸ਼ਨਾ ਮਾਰ। ਜਿਨ੍ਹਾਂ ਦਾ ਤਨ ਤੇ ਮਨ ਸਤਿਗੁਰਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ, ਉਹਨਾਂ ਨੇ ਆਪਣੇ ਹਿਰਦੇ ਚੋਂ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਦਿੱਤਾ। ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਮਨ ਤੇ ਤਨ ਅਤੀ ਨਿਰਮਲ ਹੋ ਗਏ ਨੇ, ਸੁੰਦਰ ਹੋ ਗਏ ਨੇ ਉਹਨਾਂ ਦੇ, ਜਿਨ੍ਹਾਂ ਨੇ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਓ ਭਾਉ ਸਭ ਤਿਸ ਦਾ, ਸੋ ਸੱਚ ਵਰਤੈ ਸੰਸਾਰ। ਡਰ ਵੀ ਉਹਦਾ ਤੇ ਭਾਉ ਵੀ ਉਸੇ ਦਾ, ਪ੍ਰੇਮ ਵੀ ਉਸੇ ਦਾ ਹੈ। ਉਹੀ ਸੱਚ ਹੈ ਜਿਹੜਾ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਗਾਵਿਆ ਸੁਣਿਆ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਵੇ ਔਰ ਸਾਡੀ ਇਹ ਜ਼ਿੰਦਗੀ ਦੀ ਯਾਤਰਾ ਸਫਲ ਹੋ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।